ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ ਤੇ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਕਾਂਗਰਸ ਹਾਈ ਕਮਾਨ ਦੇ ਵੱਲੋਂ ਜਿਹੜੀ ਪੰਜਾਬ ਕਾਂਗਰਸ ਦੇ ਕਾਟੋ ਕਲੇਸ਼ ਨੂੰ ਖਤਮ ਕਰਨ ਦੇ ਲਈ ਕਮੇਟੀ ਬਣਾਈ ਸੀ, ਖੜਗੇ ਕਮੇਟੀ, ਕੱਲ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਦੱਸਿਆ ਸੀ ਕਿ ਉਸਦੀ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਹੋਈ ਹੈ। ਕੀ ਕੁਝ ਉਹਨਾਂ ਦੇ ਵੱਲੋਂ ਜਿਹੜੇ ਫੈਸਲੇ ਲਏ ਗਏ ਆ ਉਹ ਤੁਹਾਨੂੰ ਦੱਸੇ ਸੀ, ਪਰ ਅੱਜ ਜਿਹੜਾ ਸਾਫ਼ ਤੌਰ ਤੇ ਦੱਸਾਂਗੇ ਕਿ ਕਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਦੇ ਚਿਹਰੇ ਦੇ ਉੱਤੇ ਕਾਂਗਰਸ ਦਾ ਫੈਸਲਾ ਹੋਇਆ ਹੈ, ਕਿਸ ਤਰੀਕੇ ਦੇ ਨਾਲ ਪੰਜਾਬ ਕਾਂਗਰਸ ਦੇ ਫੇਰ ਬਦਲ ਨੂੰ ਲੈ ਕੇ ਫੈਸਲਾ ਹੋਇਆ, ਕਿਸ ਨੂੰ ਕਿਹੜਾ ਅਹੁਦਾ ਮਿਲੇਗਾ, ਕਿਹਨੂੰ ਕਿਹੜਾ ਅਹੁਦਾ ਖੋਣਾ ਪਵੇਗਾ, ਇਹ ਵੀ ਦੱਸਾਂਗੇ ਤੁਹਾਨੂੰ। ਯਾਨੀ ਰਾਹੁਲ ਦੇ ਵੱਲੋਂ ਪੰਜਾਬ ਕਾਂਗਰਸ ਨੂੰ ਲੈ ਕੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜਿਹੜੇ ਕੁਝ ਵੱਡੇ ਫੈਸਲੇ ਲਏ ਗਏ ਆ ਉਹ ਤੁਹਾਨੂੰ ਦੱਸਾਂਗੇ ਇੱਕ ਕਰਕੇ। ਤੇ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਜਿਹੜਾ ਨਵਾਂ ਗਠਜੋੜ ਹੋਇਆ ਪੰਜਾਬ ਦੀ ਸਿਆਸਤ ਦੇ ਵਿੱਚ ਅਕਾਲੀ ਦਲ ਅਤੇ ਬਸਪਾ ਦੇ ਵਿਚਕਾਰ, ਉਦੋਂ ਹੁਣ ਜਿਹੜਾ ਆਪਸੀ ਖਿਲਾਰਾ ਜਿਹੜਾ ਪੈਂਦਾ ਦਿਖਾਈ ਦੇ ਰਿਹਾ। ਗਠਜੋੜ ਬਾਅਦ ਚ ਹੋਇਆ, ਟੁੱਟਣ ਕਿਨਾਰੇ ਪਹਿਲਾਂ ਆ ਗਿਆ। ਕਿਉਂ ਅਸੀਂ ਅਜਿਹਾ ਕਹਿ ਰਹੇ ਹਾਂ, ਕਿਹੜੀਆਂ ਅਜਿਹੀਆਂ ਜਿਹੜੀਆਂ ਖਬਰਾਂ ਆਈਆਂ ਜਿਹਦੇ ਕਰਕੇ ਇਹ ਲੱਗ ਰਿਹਾ ਕਿ ਗਠਜੋੜ ਟੁੱਟਣ ਕਿਨਾਰੇ ਹੈ। ਤਾਂ ਉੱਥੇ ਹੀ ਗੱਲਬਾਤ ਕਰਾਂਗੇ ਕਿ ਕਾਂਗਰਸ ਦੇ ਵਿਧਾਇਕ ਜਿਹੜੇ ਰਾਜਪੁਰੇ ਤੋਂ ਨੇ, ਹਰਦਿਆਲ ਸਿੰਘ ਕੰਬੋਜ, ਉਹਨਾਂ ਦਾ ਲੋਕਾਂ ਦੇ ਵੱਲੋਂ ਘਿਰਾਓ ਕੀਤਾ ਗਿਆ। ਬੜੀ ਮੁਸ਼ੱਕਤ ਦੇ ਨਾਲ ਜਿਹੜਾ ਪੁਲਿਸ ਦੇ ਵੱਲੋਂ ਉਹਨਾਂ ਨੂੰ ਕੱਢਿਆ ਗਿਆ। ਲੋਕਾਂ ਨੇ ਘੇਰਾ ਪਾ ਲਿਆ ਸੀ, ਗੱਡੀ ਘੇਰ ਲਈ ਸੀ, ਬਹੁਤ ਦੇਰ ਜਿਹੜੀ ਉਹਨਾਂ ਨੂੰ ਨਿਕਲ ਨਹੀਂ ਦਿੱਤਾ। ਪੁਲਿਸ ਨੇ ਬੜੀ ਕੜੀ ਮਿਹਨਤ ਦੇ ਨਾਲ ਜਿਹੜਾ ਉਹਨਾਂ ਨੂੰ ਬਾਹਰ ਕੱਢਿਆ। ਕੀ ਗੱਲ ਹੋਈ ਸੀ, ਵਿਧਾਇਕ ਨੂੰ ਕਿਉਂ ਘੇਰਾ ਪਾਇਆ ਗਿਆ, ਕਿਉਂ ਲੋਕ ਰੋਹ ਦੇ ਵਿੱਚ ਆ ਗਏ, ਇਸ ਮਾਪ ਖਬਰਾਂ ਦੇ ਉੱਤੇ ਜਿਹੜਾ ਅਸੀਂ ਵਿਚਾਰ ਚਰਚਾ ਕਰਾਂਗੇ। ਤੇ ਵਿਚਾਰ ਚਰਚਾ ਲਈ ਮੇਰੇ ਨਾਲ ਮੌਜੂਦ ਰਹਿਣਗੇ ਰਾਜਨੀਤਿਕ ਮਾਹਰ ਦੇ ਤੌਰ ਤੇ ਡਾਕਟਰ ਭੀਮਿੰਦਰ ਸਿੰਘ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ, ਸਵਾਗਤ ਹੈ ਪ੍ਰੋਗਰਾਮ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਾਂਗਰਸ ਦੀ ਖਬਰ ਤੋਂ ਹੀ ਕਰੀਏ। ਸਭ ਤੋਂ ਪਹਿਲਾਂ ਇਹ ਦੱਸੀਏ ਕਿ ਮੁੱਖ ਮੰਤਰੀ ਦੇ ਚਿਹਰੇ ਦੇ ਬਾਰੇ ਕੀ ਕੁਝ ਜਿਹੜਾ ਫੈਸਲਾ ਲਿਆ ਗਿਆ ਰਾਹੁਲ ਗਾਂਧੀ ਦੇ ਵੱਲੋਂ ਖੜਗੇ ਕਮੇਟੀ ਨਾਲ ਮੁਲਾਕਾਤ ਕਰਨ ਤੋਂ ਬਾਅਦ। ਸੁਖਵਿੰਦਰ ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਕੱਲ ਉਹਨਾਂ ਦੀ ਮੁਲਾਕਾਤ ਹੋਈ ਹੈ ਔਰ ਖੜਗੇ ਕਮੇਟੀ ਦੇ ਵਿੱਚ ਹਾਈ ਕਮਾਂਡ ਦੇ ਜਿਹੜੇ ਵੱਡੇ ਚਿਹਰੇ ਨੇ ਉਹ ਸ਼ਾਮਲ ਹੋਏ ਨੇ ਔਰ ਉਹਦੇ ਵਿੱਚ ਵੇਣੂ ਗੋਪਾਲ ਜੀ ਵੀ ਸ਼ਾਮਲ ਰਹੇ। ਔਰ ਵੱਡਾ ਫੈਸਲਾ ਇਸ ਵੇਲੇ ਇਹੀ ਹੋਇਆ ਕਿ ਪੰਜਾਬ ਦੀ ਜਿਹੜੀ ਰਾਜਨੀਤੀ ਇਸ ਵੇਲੇ ਚੱਲ ਰਹੀ ਹੈ ਉਹਦੇ ਵਿੱਚ ਅਕਾਲੀ ਦਲ ਔਰ ਜਿਹੜਾ ਹੈਗਾ ਬਸਪਾ ਦਾ ਗੱਠਜੋੜ ਹੋਇਆ, ਉਹਨੂੰ ਮੱਦੇਨਜ਼ਰ ਰੱਖ ਕੇ ਵੀ ਜਿਹੜੇ ਨੇ ਬਹੁਤ ਸਾਰੇ ਜਿਹੜੇ ਆਉਣ ਵਾਲੀਆਂ ਜਿਹੜੀਆਂ ਭਵਿੱਖਬਾਣੀਆਂ ਨੇ ਉਹਨਾਂ ਦੇ ਉੱਤੇ ਚਰਚਾ ਕੀਤੀ ਗਈ ਹੈ। ਔਰ ਇਹ ਵੀ ਕਿਹਾ ਗਿਆ ਕਿ ਜਿਹੜਾ ਦਲਿਤ ਚਿਹਰੇ ਨੇ ਕਾਂਗਰਸ ਦੇ ਵਿੱਚ ਵੱਡੇ ਜਿਹੜੇ ਇਸ ਵੇਲੇ ਸ਼ਾਮਲ ਨੇ, ਉਹਨਾਂ ਨੂੰ ਕੋਈ ਨਾ ਕੋਈ ਜਿਹੜੇ ਨੇ ਵੱਡੇ ਅਹੁਦੇ ਵੀ ਦਿੱਤੇ ਜਾਣ, ਉਹਨਾਂ ਨੂੰ ਅੱਗੇ ਲਿਆਂਦਾ ਜਾਏ ਤਾਂ ਕਿ ਬਸਪਾ ਔਰ ਜਿਹੜੀ ਅਕਾਲੀ ਗੱਠਜੋੜ ਹੈ ਉਹਦਾ ਕੋਈ ਕਾਟ ਲੱਭੀ ਜਾ ਸਕੇ। ਸੋ ਇਸ ਕਰਕੇ ਕੋਸ਼ਿਸ਼ ਕੀਤੀ ਗਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਵੱਲੋਂ ਕਿ ਜਿਹੜੇ ਖਾਸ ਤੌਰ ਤੇ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਵੱਡੇ ਚਿਹਰੇ ਜਿਨ੍ਹਾਂ ਦੇ ਉੱਤੇ ਦਲਿਤ ਭਾਈਚਾਰਾ ਜਿਹਦੇ ਉੱਤੇ ਯਕੀਨ ਕਰਦਾ ਹੈ, ਉਹਨਾਂ ਲੋਕਾਂ ਨੂੰ ਅੱਗੇ ਲਿਆਂਦਾ ਜਾਏ, ਉਹਨਾਂ ਨੂੰ ਚਿਹਰਾ ਬਣਾਇਆ ਜਾਏ ਕਾਂਗਰਸ ਦਾ ਔਰ ਉਹਨਾਂ ਨੂੰ ਵੱਡੇ ਅਹੁਦੇ ਵੀ ਦਿੱਤੇ ਜਾਣ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਕਾਂਗਰਸ ਦੇ ਵਿੱਚ ਚੱਲ ਰਹੀ ਹੈ ਕਿ ਉਪ ਮੁੱਖ ਮੰਤਰੀ ਦਾ ਜਿਹੜਾ ਚਿਹਰਾ ਹੈ ਉਹ ਦਲਿਤਾਂ ਵਿੱਚੋਂ ਲਿਆਂਦਾ ਜਾਏ। ਸੋ ਇਦਾਂ ਦੀਆਂ ਚਰਚਾਵਾਂ ਵੀ ਹੋਈਆਂ। ਇਸ ਤੋਂ ਇਲਾਵਾ ਜਿਹੜਾ ਅਗਲਾ ਚਿਹਰਾ, ਜਿਹੜਾ ਅਗਲੀ ਤੁਸੀਂ ਦੇਖੋਗੇ ਕਿ 22 ਦੇ ਵਿੱਚ ਜਿਹੜਾ ਵੱਡਾ ਫੈਸਲਾ ਇਹ ਹੋਇਆ ਕਿ ਜਦੋਂ ਪਹਿਲਾਂ ਕਿਸੇ ਵੇਲੇ ਇਹ ਹੁੰਦਾ ਸੀਗਾ ਕਿ ਬਿਨਾਂ ਮੁੱਖ ਮੰਤਰੀ ਦੇ ਚਿਹਰੇ ਤੋਂ ਚੋਣ ਲੜੀ ਜਾਂਦੀ ਸੀ ਵਿਧਾਨ ਸਭਾ ਦੀ, ਪਰ ਹੁਣ ਐਤਕੀ ਜਿਹੜਾ ਫੈਸਲਾ ਇਹ ਹੋਇਆ ਕਿ ਪਹਿਲਾਂ ਜਿਹੜਾ ਹੈਗਾ ਮੁੱਖ ਮੰਤਰੀ ਦਾ ਚਿਹਰਾ ਅਨਾਉਂਸ ਕੀਤਾ ਜਾਏਗਾ ਔਰ ਉਹ ਕਿਹੜਾ ਹੋਏਗਾ ਉਹਦੇ ਵਿੱਚੋਂ ਆਪਾਂ ਨੂੰ ਪਤਾ ਹੀ ਹੈ ਕਿ ਵੱਡੇ ਦੋ ਨਾਮ ਨੇ ਇਸ ਵੇਲੇ, ਕੈਪਟਨ ਅਮਰਿੰਦਰ ਸਿੰਘ ਨੇ ਔਰ ਨਵਜੋਤ ਸਿੰਘ ਸਿੱਧੂ ਨੇ। ਉਹਨਾਂ ਦੇ ਵਿੱਚੋਂ ਇੱਕ ਚਿਹਰਾ ਜਿਹੜਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਅਨਾਉਂਸ ਕੀਤਾ ਜਾ ਸਕਦਾ ਹੈ। ਸੋ ਉਮੀਦ ਕੀਤੀ ਜਾਣੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਨੂੰ ਕਿ ਛੇਤੀ ਫੈਸਲਾ ਜਿਹੜੀ ਹਾਈ ਕਮਾਂਡ ਹੈ ਕਾਂਗਰਸ ਦੀ ਉਹ ਲਏਗੀ ਔਰ ਨਵਾਂ ਚਿਹਰਾ ਜਿਹੜਾ ਹੈਗਾ ਉਮੀਦ ਕੀਤੀ ਜਾਣੀ ਚਾਹੀਦੀ ਹੈ। ਹਜੇ ਫੈਸਲਾ ਕੋਈ ਨਹੀਂ ਹੋਇਆ, ਪਰ ਉਮੀਦ ਜਿਹੜੀ ਹੈਗੀ ਹੈ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਇਹ ਉਮੀਦ ਹੈ ਹਾਈ ਕਮਾਂਡ ਤੋਂ ਕਿ ਨਵਜੋਤ ਸਿੰਘ ਸਿੱਧੂ ਨੂੰ ਜਿਹੜਾ ਹੈਗਾ ਅਗਲਾ ਚਿਹਰਾ ਬਣਾਉਣ ਦੀਆਂ ਸੰਭਾਵਨਾਵਾਂ ਜ਼ਿਆਦਾ ਲੱਗਦੀਆਂ ਨੇ। ਕਿਉਂਕਿ ਜਿਹੜੀ ਮੈਨੂੰ ਲੱਗਦਾ ਹੈ ਕਿ ਜਦੋਂ ਰਾਹੁਲ ਜੀ ਦੀ ਆਪਾਂ ਗੱਲ ਕਰਦੇ ਹਾਂ, ਰਾਹੁਲ ਜੀ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਕੈਪਟਨ ਸਾਹਿਬ ਦੇ ਪ੍ਰਤੀ ਕੋਈ ਨਾ ਕੋਈ ਏਦਾਂ ਦੀ ਗੱਲ ਜ਼ਰੂਰ ਹੈ ਕਿ ਲੱਗ ਰਹੀ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕ ਇਸ ਵੇਲੇ ਕੈਪਟਨ ਨੂੰ ਪਸੰਦ ਨਹੀਂ ਕਰਦੇ। ਸੋ ਇਸ ਕਰਕੇ ਉਹਨਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਗੱਲ ਜ਼ਰੂਰ ਹੈ। ਔਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਬਾਰੇ ਉਹਨਾਂ ਦੇ ਮਨ ਦੇ ਵਿੱਚ ਜਿਹੜੀਆਂ ਨੇ ਕਾਫੀ
ਚੰਗੀਆਂ ਭਾਵਨਾਵਾਂ ਰੱਖਦੇ ਨੇ ਉਹ, ਔਰ ਉਹਨਾਂ ਨੂੰ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਉਹ ਕੋਈ ਵੱਡਾ ਫੈਸਲਾ ਲੈਣਗੇ ਤਾਂ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਕੋਈ ਵੱਡੀ ਜ਼ਿੰਮੇਵਾਰੀ ਦਿੱਤੀ ਜਾਣ ਦੀਆਂ ਸੰਭਾਵਨਾਵਾਂ ਕੱਲ ਦੀ ਮੀਟਿੰਗ ਤੋਂ ਜ਼ਰੂਰ ਸਾਹਮਣੇ ਆਈਆਂ ਨੇ। ਜੀ ਸੁਖਿੰਦਰ ਜੀ, ਜ਼ੋਰ ਦੇ ਕੇ ਨਵਜੋਤ ਸਿੰਘ ਸਿੱਧੂ ਦੇ ਉੱਪਰ ਕਹਿੰਦੇ ਮੰਥਨ ਕੀਤਾ ਗਿਆ ਕਿ ਨਵਜੋਤ ਸਿੰਘ ਸਿੱਧੂ ਤੋਂ ਬਿਨਾਂ ਜਿਹੜਾ ਕਾਂਗਰਸ ਅਧੂਰੀ ਲੱਗ ਰਹੀ ਹੈ। ਡੂੰਘਾਈ ਦੇ ਨਾਲ ਕਹਿੰਦੇ ਮੰਥਨ ਕੀਤਾ ਗਿਆ, ਪਾਰਟੀ ਦਾ ਮਜ਼ਬੂਤ ਥੰਮ ਉਹਨਾਂ ਨੂੰ ਦੱਸਿਆ ਗਿਆ ਕੱਲ। ਯਾਨੀ ਕਿ ਇਹਦੇ ਵਿੱਚ ਸਾਫ਼ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਵੱਡਾ ਜਿੰਮਾ ਪਹਿਲਾਂ ਕੁਝ ਦਿਨਾਂ ਦੇ ਵਿੱਚ ਦਿੱਤਾ ਜਾ ਸਕਦਾ ਹੈ ਤੇ ਉਦੋਂ ਬਾਅਦ ਚੋਂ ਫਿਰ ਵੀ ਜਿਹੜੀ ਦਾਅਵੇਦਾਰੀ ਤਾਂ ਰਹਿੰਦੀ ਰਹੇਗੀ। ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਨੂੰ ਬਣਾਇਆ ਜਾਵੇ 2022 ਦੇ ਵਿੱਚ ਚਿਹਰਾ ਨਵਜੋਤ ਸਿੰਘ ਸਿੱਧੂ ਨੂੰ, ਪਰ ਪ੍ਰਧਾਨਗੀ ਜੇ ਮਿਲ ਵੀ ਜਾਂਦੀ ਹੈ ਨਵਜੋਤ ਸਿੰਘ ਸਿੱਧੂ ਨੂੰ ਤਾਂ ਵੀ ਮੁੱਖ ਮੰਤਰੀ ਦੇ ਚਿਹਰੇ ਦੀ ਦੌੜ ਦੇ ਵਿੱਚ ਤਾਂ ਨਵਜੋਤ ਸਿੰਘ ਸਿੱਧੂ ਸ਼ਾਮਲ ਹੀ ਰਹਿਣਗੇ, ਜਿਸ ਤਰੀਕੇ ਦੇ ਨਾਲ ਕਹਿੰਦੇ ਕੱਲ ਡੂੰਘਾਈ ਦੇ ਵਿੱਚ ਮੰਥਨ ਕੀਤਾ ਗਿਆ ਉਹਨਾਂ ਦੇ ਨਾਂ ਤੇ। ਦੇਖੋ ਸੁਖਿੰਦਰ ਜੀ, ਜੇ ਤਾਂ ਫੈਸਲਾ ਲੈਣ ਦੀ ਤਾਕਤ ਰਾਹੁਲ ਜੀ ਦੇ ਹੱਥ ਰਹੀ ਤਾਂ ਲਾਜ਼ਮੀ ਤੌਰ ਤੇ ਨਵਜੋਤ ਸਿੰਘ ਸਿੱਧੂ ਨੂੰ ਕੋਈ ਵੱਡੀ ਜ਼ਿੰਮੇਵਾਰੀ ਜ਼ਰੂਰ ਦਿੱਤੀ ਜਾਏਗੀ। ਜੇ ਕੋਈ ਇਹ ਫੈਸਲਾ ਜਿਹੜਾ ਹੈਗਾ ਸੋਨੀਆ ਜੀ ਲੈਣਗੇ ਜਾਂ ਕੋਈ ਧਿਰ ਲੈਗੀ ਤਾਂ ਲਾਜ਼ਮੀ ਤੌਰ ਤੇ ਫਿਰ ਜਿਹੜਾ ਹੈਗਾ ਕੈਪਟਨ ਸਾਹਿਬ ਦਾ ਪਲੜਾ ਭਾਰੀ ਹੋ ਸਕਦਾ ਹੈ। ਸੋ ਇਸ ਕਰਕੇ ਉਮੀਦ ਇਹ ਕੀਤੀ ਜਾਣੀ ਚਾਹੀਦੀ ਹੈ ਕਿ ਇਸ ਵੇਲੇ ਰਾਹੁਲ ਜੀ ਬਹੁਤ ਵੱਡੀ ਪੱਧਰ ਦੇ ਉੱਤੇ ਕਾਂਗਰਸ ਦੇ ਵਿੱਚ ਜਿਹੜੇ ਨੇ ਇੱਕ ਵੱਡਾ ਨਾਂ ਹੈ ਉਹਨਾਂ ਦਾ, ਔਰ ਆਪਾਂ ਨੂੰ ਵੀ ਪਤਾ ਹੈ ਕਿ ਅਗਲੀ ਜਿਹੜੀ ਲੈਗੇਸੀ ਹੈ, ਅਗਲੀ ਜਿਹੜੀ ਵਿਰਾਸਤ ਹੈ ਉਹਨਾਂ ਦੇ ਹੱਥ ਵਿੱਚ ਆ ਚੁੱਕੀ ਹੈ ਰਾਹੁਲ ਜੀ ਦੇ। ਸੋ ਕੋਸ਼ਿਸ਼ ਮੈਨੂੰ ਲੱਗਦਾ ਹੈ ਕਿ ਇਹੀ ਕਰਨਗੇ ਰਾਹੁਲ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਨਵਜੋਤ ਸਿੰਘ ਸਿੱਧੂ ਨੂੰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਤੋਂ ਬਿਨਾਂ ਵੀ ਕਾਂਗਰਸ ਦਾ ਜਿਹੜਾ ਖਾਸ ਤੌਰ ਤੇ ਜਾਂ ਨਾ ਪੰਜਾਬ ਦੀ ਆਪਾਂ ਜੇ ਗੱਲ ਕਰਨੀ ਹੋਵੇ, ਜੇ ਅਸੀਂ ਸੈਂਟਰਲ ਲੈਵਲ ਦੀ ਕਾਂਗਰਸ ਦੀ ਜਿਹੜੇ ਇੱਕ ਨੈਸ਼ਨਲ ਲੈਵਲ ਦੀ ਕਾਂਗਰਸ ਦੀ ਗੱਲ ਕਰਨੀ ਹੋਵੇ, ਉਹਦੇ ਵਿੱਚ ਵੀ ਕੈਪਟਨ ਸਾਹਿਬ ਨਾਲੋਂ ਇੱਕ ਵੱਡਾ ਚਿਹਰਾ ਜੇ ਆਪਾਂ ਕਹਿ ਸਕਦੀ ਹੈ। ਜਦੋਂ ਅਸੀਂ ਨੈਸ਼ਨਲ ਲੈਵਲ ਦੀ ਗੱਲ ਕਰਦੇ ਹਾਂ ਸੁਖਵਿੰਦਰ ਜੀ, ਤਾਂ ਲਾਜ਼ਮੀ ਤੌਰ ਤੇ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਚਿਹਰਾ ਹੈ ਉਹ ਬਹੁਤ ਵੱਡਾ ਚਿਹਰਾ ਹੈ। ਮੈਂ ਨਹੀਂ ਕਹਿੰਦਾ ਕਿ ਪੰਜਾਬ ਦੇ ਵਿੱਚ ਉਹ ਨੰਬਰ 2 ਤੇ ਹੋ ਸਕਦੇ ਨੇ, ਪਰ ਜਦੋਂ ਅਸੀਂ ਨੈਸ਼ਨਲ ਲੈਵਲ ਦੀ ਕਾਂਗਰਸ ਦੀ ਗੱਲ ਕਰਾਂਗੇ ਤਾਂ ਲਾਜ਼ਮੀ ਤੌਰ ਤੇ ਤੁਸੀਂ ਦੇਖੋਗੇ ਕਿ ਕੈਪਟਨ ਸਾਹਿਬ ਤੋਂ ਉੱਪਰ ਜਿਹੜੀ ਉਹਨਾਂ ਦਾ ਗ੍ਰਾਫ ਹੈ ਉਹ ਉੱਪਰ ਹੈ, ਔਰ ਲੋਕ ਉਹਨਾਂ ਨੂੰ ਹਿੰਦੁਸਤਾਨ ਦਾ ਬੱਚਾ ਜਾਣਦਾ ਹੈ ਔਰ ਇੱਕ ਪ੍ਰਭਾਵਸ਼ਾਲੀ ਜਿਹੜਾ ਹੈਗਾ ਚਿਹਰਾ ਹੈ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਉਹਨਾਂ ਦੀ ਮੈਰਿਟ ਦੇਖੀ ਜਾਏਗੀ ਦੋਵੇਂ ਲੀਡਰਾਂ ਦੀ, ਤਾਂ ਲਾਜ਼ਮੀ ਤੌਰ ਤੇ ਉਸ ਮੈਰਿਟ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਚਿਹਰਾ ਹੈਗਾ ਉਹ ਵੱਡਾ ਹੁੰਦਾ ਹੈ। ਸੋ ਇਸ ਕਰਕੇ ਉਮੀਦ ਕੀਤੀ ਜਾਣੀ ਚਾਹੀਦੀ ਹੈ ਰਾਹੁਲ ਜੀ ਕੋਲੋਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਆਪਾਂ 22 ਦੀ ਗੱਲ ਕਰੀਏ ਤਾਂ 22 ਦੇ ਵਿੱਚ ਹੋ ਸਕਦਾ ਹੈ ਕਿ ਉਹਨਾਂ ਨੂੰ ਚਿਹਰਾ ਮੁੱਖ ਮੰਤਰੀ ਦਾ ਬਣਾਇਆ ਜਾਵੇ। ਸੋ ਉਮੀਦ ਇਹੀ ਲੱਗ ਰਹੀ ਹੈ। ਇੱਕ ਗੱਲ ਇਹ ਵੀ ਸ਼ਾਇਦ ਜ਼ੋਰ ਦੇ ਕੇ ਇਸ ਕਰਕੇ ਕਹੀ ਜਾ ਰਹੀ ਹੈ ਕਿ ਇਸ ਚਿਹਰੇ ਦੇ ਨਾਲ ਹੀ ਮੈਦਾਨ 'ਚ ਉਤਰਾਂਗੇ, ਕਿਉਂਕਿ ਜਿਸ ਤਰੀਕੇ ਦੇ ਨਾਲ ਅਸਾਮ, ਕੇਰਲ ਤੇ ਪੱਛਮੀ ਬੰਗਾਲ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਸਾਫ਼ ਨਾ ਹੋਣ ਦੇ ਕਾਰਨ ਉੱਥੇ ਕਾਂਗਰਸ ਨੂੰ ਕਹਿੰਦੇ ਕਾਫੀ ਨੁਕਸਾਨ ਝੱਲਣਾ ਪਿਆ। ਅਗਵਾਈ ਦੇ ਵਿੱਚ ਕਮੇਟੀ ਕੀਤਾ ਗਿਆ ਕਿ ਸਾਨੂੰ ਉੱਥੇ ਚਿਹਰੇ ਨਾ ਐਲਾਨ ਦੇ ਕਰਕੇ ਨੁਕਸਾਨ ਝੱਲਣਾ ਪਿਆ, ਜਿਸ ਦੇ ਕਰਕੇ ਹੋ ਸਕਦਾ ਕਿ ਉਸ ਦੇ ਕਰਕੇ ਹੀ ਇਹ ਫੈਸਲਾ ਲਿਆ ਗਿਆ ਹੋਵੇ ਕਿ ਭਾਈ ਉੱਥੇ ਨੁਕਸਾਨ ਸਾਨੂੰ ਝੱਲਣਾ ਪਿਆ, ਹੁਣ ਪੰਜਾਬ ਦੇ ਵਿੱਚ ਨੁਕਸਾਨ ਨਾ ਝੱਲਣਾ ਪਵੇ, ਇਸ ਕਰਕੇ ਚਿਹਰੇ ਦੇ ਨਾਲ ਹੀ ਮੈਦਾਨ ਦੇ ਵਿੱਚ ਉਤਰੋ। ਬਿਲਕੁਲ, ਤੁਸੀਂ ਦੇਖੋਗੇ ਕਿ ਜਿਹੜੀਆਂ ਗਲਤੀਆਂ ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਨੇ ਦੁਹਰਾਈਆਂ ਨੇ, ਔਰ ਉਹੀ ਗਲਤੀਆਂ ਤੁਸੀਂ ਦੇਖੋਗੇ ਕਿ ਜੇ ਇਹ ਪੰਜਾਬ ਦੇ ਵਿੱਚ ਜਾਂ ਯੂਪੀ ਦੇ ਵਿੱਚ ਜਾਂ ਹੋਰ ਜਿੱਥੇ ਵੀ ਚੋਣਾਂ ਹੋਣੀਆਂ ਨੇ, ਜੇ ਉੱਥੇ ਦੁਹਰਾਈਆਂ ਜਾਣਗੀਆਂ ਗਲਤੀਆਂ, ਤਾਂ ਲਾਜ਼ਮੀ ਤੌਰ ਤੇ ਕਾਂਗਰਸ ਦਾ ਵੱਡਾ ਨੁਕਸਾਨ ਹੋ ਸਕਦਾ ਹੈ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਘੱਟੋ ਘੱਟ ਪੰਜਾਬ ਜਾਂ ਯੂਪੀ ਜਾਂ ਹੋਰ ਜਿੱਥੇ ਸਟੇਟਾਂ 'ਚ ਹੋਣੀਆਂ ਨੇ ਇਸ ਵਾਰੀ ਚੋਣਾਂ, ਤਾਂ ਲਾਜ਼ਮੀ ਤੌਰ ਤੇ ਇਹਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿੱਚ ਮੁੱਖ ਮੰਤਰੀ ਦੇ ਚਿਹਰੇ ਜ਼ਰੂਰ ਐਲਾਨੇ ਜਾਣਗੇ। ਔਰ ਜੇਕਰ ਉਹ ਇਸ ਗੱਲ ਦਾ ਫੈਸਲਾ ਪਹਿਲਾਂ ਹੋ ਜਾਏਗਾ, ਜਿੰਨੀ ਛੇਤੀ ਫੈਸਲਾ ਹੋ ਜਾਏਗਾ ਉਨੀ ਛੇਤੀ ਹੀ ਜਿਹੜਾ ਹੈਗਾ ਕਾਂਗਰਸ ਦਾ ਨੁਕਸਾਨ ਹੋਣੋਂ ਬਚ ਸਕਦਾ ਹੈ। ਸੋ ਇਸ ਕਰਕੇ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਰਾਹੁਲ ਜੀ ਕੋਲੋਂ ਕਿ ਉਹ ਜਲਦੀ ਤੋਂ ਜਲਦੀ ਫੈਸਲਾ ਕਰਨ ਔਰ ਪੰਜਾਬ ਦੀ ਵਿੱਚ ਕਾਂਗਰਸ ਦੀ ਜਿਹੜੀ ਸ਼ਾਖ ਗਿਰ ਰਹੀ ਹੈ ਲਗਾਤਾਰ, ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਨ। ਉਹ ਤਾਂ ਹੀ ਬਚ ਸਕਦੀ ਹੈ ਜੇਕਰ ਚੰਗੇ ਚਿਹਰੇ, ਨਵੇਂ ਚਿਹਰੇ ਜਿਹੜੇ ਨੇ, ਉਹ ਇਮਾਨਦਾਰ ਚਿਹਰੇ ਜਿਹੜੇ ਨੇ ਉਹ ਅੱਗੇ ਲਿਆਉਣ ਦੀ ਕੋਸ਼ਿਸ਼ ਕਰਨਗੇ। ਜੇ ਉਹੀ ਪੁਰਾਣੇ ਚਿਹਰੇ ਚੱਲਣਗੇ, ਉਹੀ ਪੁਰਾਣੀ ਗੱਲ ਜਿਹੜੀ 17 ਵਾਲੀ ਕੋਸ਼ਿਸ਼ ਕਰਨਗੇ ਕਰਨ ਦੀ, ਤਾਂ ਉਹਦੇ ਨਾਲ ਬਹੁਤ ਵੱਡਾ ਨੁਕਸਾਨ ਕਾਂਗਰਸ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਹੋਣ ਦੀਆਂ ਸੰਭਾਵਨਾਵਾਂ ਨੇ। ਸੁਖਵਿੰਦਰ ਜੀ, ਹਾਂਜੀ ਡਾਕਟਰ ਸਾਹਿਬ, ਕੀ ਲੱਗਦਾ ਹੈ ਹੁਣ ਆਪਾਂ ਅਗਲੀ ਖਬਰ ਦੀ ਜੇਕਰ ਗੱਲ ਕਰੀਏ, ਅਗਲੀ ਖਬਰ ਅਕਾਲੀ ਦਲ ਅਤੇ ਬਸਪਾ ਦੇ ਗੱਠਜੋੜ ਨੂੰ ਲੈ ਕੇ ਆ। ਨਵਾਂ ਗੱਠਜੋੜ ਹੋਇਆ ਹੈ, ਮਠਿਆਈ ਵੀ ਹਾਲੇ ਤੱਕ ਗੱਠਜੋੜ ਦੀ ਹਜਮ ਨਹੀਂ ਹੋਈ ਜਿਹੜੀ ਖਾਧੀ ਹੈ, ਤੇ ਖਿਲਾਰੇ ਪਹਿਲਾਂ ਹੀ ਪੈ ਗਏ ਸੀਟਾਂ ਦੀ ਵੰਡ ਨੂੰ ਲੈ ਕੇ। ਬਸਪਾ ਦਾ ਇਲਜ਼ਾਮ ਹੈ ਕਿ ਸਾਨੂੰ 20 ਦੇ ਵਿੱਚੋਂ 17 ਸੀਟਾਂ ਉੱਥੇ ਦਿੱਤੀਆਂ ਗਈਆਂ ਜਿੱਥੇ ਅਸੀਂ ਬਿਲਕੁਲ ਕਮਜ਼ੋਰ ਹਾਂ, ਔਰ ਜਿੱਥੇ ਅਸੀਂ ਤਕੜੇ ਉੱਥੇ ਸਾਨੂੰ ਸੀਟਾਂ ਨਹੀਂ ਦਿੱਤੀਆਂ ਗਈਆਂ।
ਕਿਵੇਂ ਦੇਖਦੇ ਹੋ ਕਿ ਜਿਹੜਾ ਗਠਜੋੜ ਬਣ ਤੋਂ ਪਹਿਲਾਂ ਹੀ ਜਿਹੜਾ ਟੁੱਟਣ ਕਰਾਰੇ ਲੱਗ ਰਿਹਾ? ਜੀ ਸੁਖਵਿੰਦਰ ਜੀ, ਦੇਖੋ ਇੱਕ ਪੰਜਾਬੀ ਦੀ ਕਹਾਵਤ ਹੈ ਕਿ ਸਿਰ ਮਨਾਉਂਦਿਆਂ ਹੀ ਗੜੇ ਪੈ ਗਏ। ਸੋ ਇਸ ਕਰਕੇ ਆਪਾਂ ਨੇ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਕਿਤੇ ਨਾ ਕਿਤੇ ਵੇਲੇ ਇਸ ਗੱਠਜੋੜ ਦੇ ਵਿੱਚ ਸੀਟਾਂ ਤੇ ਰੌਲਾ ਪੈਣੀ ਪੈਣਾ ਹੈ। ਜੇ ਆਪਾਂ 96 ਦੇ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਤੁਸੀਂ ਦੇਖੋਗੇ ਕਿ 96 ਦੇ ਵਿੱਚ ਜਿਹੜੀਆਂ ਲੋਕ ਸਭਾ ਦੀਆਂ ਸੀਟਾਂ ਉਹਨਾਂ ਨੇ ਅਕਾਲੀ ਦਲ ਔਰ ਬਸਪਾ ਨੇ ਇਕੱਠੀਆਂ ਲੜੀਆਂ, ਪਰ 97 ਦੇ ਵਿੱਚ ਜਦੋਂ ਵਿਧਾਨ ਸਭਾ ਦੀ ਸੀਟਾਂ ਦੀ ਗੱਲ ਆਈ ਤਾਂ ਅਕਾਲੀ ਦਲ ਔਰ ਬਸਪਾ ਦਾ ਜਿਹੜਾ ਗੱਠਜੋੜ ਹੈ ਇੱਕਦਮ ਹੀ ਤਾਰਪੀਡੋ ਹੋ ਗਿਆ, ਟੁੱਟ ਗਿਆ ਉਹ। ਔਰ ਅਕਾਲੀ ਦਲ ਔਰ ਬੀਜੇਪੀ ਨੇ ਜਿਹੜਾ ਹੈਗਾ ਸਮਝੌਤਾ ਕੀਤਾ ਬਾਅਦ ਦੇ ਵਿੱਚ। ਸੋ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਇਹ ਗੱਠਜੋੜ ਜਿਹੜਾ ਹੈਗਾ ਕੋਈ ਬਹੁਤਾ ਉਸ ਤਰ੍ਹਾਂ ਦਾ ਜਿਹੜਾ ਹੈਗਾ ਗੱਠਾਂ ਦਾ ਜੋੜ ਨਹੀਂ ਹੈ। ਇਹ ਬਹੁਤ ਹੀ ਢਿੱਲੀਆਂ ਗੱਠਾਂ ਨੇ। ਇਹ ਨਹੀਂ ਕਿ ਪੱਕੀਆਂ ਗੱਠਾਂ ਪੈ ਗਈਆਂ। ਇਸ ਕਰਕੇ ਇਹ ਬਹੁਤ ਢਿੱਲੀਆਂ ਗੱਠਾਂ ਹੋਣ ਕਰਕੇ ਇਹ ਕਿਤੇ ਕਿਸੇ ਵੇਲੇ ਵੀ ਟੁੱਟ ਸਕਦਾ ਹੈ। ਔਰ ਇਹਦੀਆਂ ਸੰਭਾਵਨਾਵਾਂ ਪਹਿਲਾਂ ਵੀ ਨਜ਼ਰ ਆ ਰਹੀਆਂ ਸੀ। ਪਹਿਲਾਂ ਵੀ ਆਪਾਂ ਇਸ਼ਾਰਾ ਕੀਤਾ ਸੀਗਾ ਕਿ ਜਦੋਂ ਸੀਟਾਂ ਦੀ ਵੰਡ ਹੋਏਗੀ ਤਾਂ ਇਹ ਲਾਜ਼ਮੀ ਤੌਰ ਤੇ ਇਹਦੇ ਵਿੱਚ ਦਿੱਕਤ ਆਏਗੀ। ਸੋ ਹੁਣ ਜਿਵੇਂ ਤੁਸੀਂ ਕਹਿ ਰਹੇ ਹੋ, ਆਪਾਂ ਨੂੰ ਪਤਾ ਲੱਗ ਰਿਹਾ ਕਿ ਬਸਪਾ ਦੀ ਜਿਹੜੀ ਵਰਕਰ ਜਿਹੜੇ ਨੇ ਉਹ ਲਗਾਤਾਰ ਮੰਗ ਕਰ ਰਹੇ ਨੇ ਕਿ ਸਾਡੇ ਵਿੱਚ ਸਾਡੀਆਂ ਜਿਹੜੀਆਂ ਸੰਭਾਵਨਾਵਾਂ ਨੇ, ਜਿੱਥੇ ਅਸੀਂ ਸੀਟਾਂ ਕੱਢ ਸਕਦੇ ਹਾਂ ਉੱਥੇ ਦੇ ਸਾਨੂੰ ਸੀਟਾਂ ਦਿਓ। ਸੋ ਇਸ ਕਰਕੇ ਇਹ ਮੰਗ ਜਾਇਜ਼ ਹੈ। ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਸਾਡੀ ਗਿਣਤੀ ਜ਼ਿਆਦਾ ਹੈ, ਜਿੱਥੇ ਅਸੀਂ ਘੱਟ ਆ, ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਜਿੱਥੇ ਮੰਨ ਲਓ ਪਠਾਨਕੋਟ ਦੀ ਗੱਲ ਹੈ, ਪਠਾਨਕੋਟ ਦੇ ਵਿੱਚ ਸਿਰਫ ਲਗਭਗ 500 ਵੋਟ ਪਈ ਸੀਗੀ। ਸੋ ਇਸ ਕਰਕੇ ਪਠਾਨਕੋਟ ਦੀ ਸੀਟ ਦੇ ਦੇਣਾ ਬਸਪਾ ਨੂੰ, ਇਹ ਆਪਣੇ ਆਪ 'ਚ ਕੋਈ ਬਹੁਤੀ ਚੰਗੀ ਗੱਲ ਨਹੀਂ ਹੈ। ਸੋ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਬਸਪਾ ਹੈ ਉਹ ਹੋਰ ਜ਼ਿਆਦਾ ਰੌਲਾ ਪਾਏਗੀ ਔਰ ਹੋਰ ਜ਼ਿਆਦਾ ਜਿਹੜੀ ਹੈਗੀ ਹੈ ਕਾਟੋ ਕਲੇਸ਼ ਇਹਦੇ ਵਿੱਚ ਵੀ ਸ਼ੁਰੂ ਹੋ ਜਾਏਗਾ। ਸੋ ਮੈਨੂੰ ਇਹ ਲੱਗਦਾ ਹੈ ਕਿ ਇਸ ਵੇਲੇ ਜਿੰਨੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸੀ, ਜਿਸ ਕਿਸਮ ਦੇ ਲੱਡੂ ਵੰਡੇ ਜਾ ਰਹੇ ਸੀਗੇ, ਉਹਨੂੰ ਹੌਲੀ ਜਿਹੜਾ ਹੈਗਾ ਇਹ ਨਿਰਾਸ਼ਾ ਦੇ ਵਿੱਚ ਬਦਲ ਜਾਏਗੀ ਸਥਿਤੀ। ਸੋ ਇਸ ਕਰਕੇ ਇਹ ਜਿਹੜਾ ਗੱਠਜੋੜ ਹੈ ਇਹਦੀਆਂ ਟੁੱਟਣ ਦੀਆਂ ਜ਼ਿਆਦਾ ਸੰਭਾਵਨਾਵਾਂ ਹੁਣ ਪੈਦਾ ਹੋ ਚੁੱਕੀਆਂ ਨੇ। ਸੋ ਆਉਣ ਵਾਲਾ ਸਮਾਂ ਕਿੱਦਾਂ ਦਾ ਰਹੇਗਾ, ਇਹਨਾਂ ਦੀ ਲੀਡਰਸ਼ਿਪ ਜਿਹੜੀ ਹੈਗੀ ਆ ਜੇ ਤਾਂ ਸਿਆਣੀ ਹੋਏਗੀ, ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਮਾਇਆਵਤੀ ਜੀ ਦਾ ਬਹੁਤਾ ਧਿਆਨ ਪੰਜਾਬ ਦੀਆਂ ਇਹਨਾਂ ਚੋਣਾਂ ਦੇ ਵਿੱਚ ਨਹੀਂ ਹੈ, ਕਿਉਂਕਿ ਉਹਨਾਂ ਨੂੰ ਵੀ ਪਤਾ ਲੱਗ ਚੁੱਕਿਆ ਕਿ ਸਾਡੀ ਇੱਥੇ ਵੋਟ ਬੈਂਕ ਜਿਹੜੀ ਹੈਗੀ ਹੈ, ਵੋਟ ਸ਼ੇਅਰ ਜਿਹੜਾ ਹੈਗਾ ਬਹੁਤ ਘਟਦਾ ਲਗਭਗ 3% ਤੇ ਪਿਛਲੀਆਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਸੀਗੀਆਂ ਉਹਦੇ ਵਿੱਚ ਆਇਆ। ਔਰ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਸੀਗੀਆਂ 17 ਦੀਆਂ, ਉਹਦੇ ਵਿੱਚ ਤਾਂ 1 ਪੁਆਇੰਟ ਸਮਥਿੰਗ ਜਿਹੜਾ ਸੀਗਾ ਉਹੀ ਵੋਟ ਸ਼ੇਅਰ ਇਹਨਾਂ ਦਾ ਰਹਿ ਗਿਆ ਸੀਗਾ। ਸੋ ਕਹਿਣ ਦਾ ਮਤਲਬ ਹੈ ਕਿ ਜਦੋਂ ਤੁਹਾਡਾ ਇੰਨਾ ਘੱਟ ਸ਼ੇਅਰ ਹੋਵੇ ਤਾਂ ਲਾਜ਼ਮੀ ਤੌਰ ਤੇ ਮੈਨੂੰ ਲੱਗਦਾ ਹੈ ਕਿ ਜਿਹੜੇ ਮਾਇਆਵਤੀ ਜੀ ਨੇ ਉਹ ਬਹੁਤਾ ਇੱਧਰ ਧਿਆਨ ਨਹੀਂ ਦੇਣਗੇ। ਦੂਜੀ ਗੱਲ ਜਿਹੜੀ ਵੱਡੀ ਕੱਲ ਹੋਰ ਖਬਰ ਆਈ ਹੈ ਉਹ ਇਹ ਹੈ ਕਿ ਕਾਸ਼ੀ ਰਾਮ ਜੀ ਦੇ ਰੀਅਲ ਸਿਸਟਰ, ਉਹਨਾਂ ਦੇ ਸਕੇ ਭੈਣ ਜਿਹੜੇ ਨੇ, ਉਹਨਾਂ ਦਾ ਬਹੁਤ ਵੱਡਾ ਬਿਆਨ ਆਇਆ। ਉਹਨਾਂ ਨੇ ਇਹ ਕਿਹਾ ਕਿ ਇਹ ਤਾਂ ਦੋਨੇ ਜਿਹੜੀਆਂ ਨੇ ਪੈਸਾ ਇਕੱਠਾ ਕਰਨ ਵਾਲੀਆਂ ਪਾਰਟੀਆਂ ਨੇ। ਇਹ ਸਿਰਫ ਪੈਸਾ ਇਕੱਠਾ ਕਰਨੀਆਂ ਚਾਹੁੰਦੀਆਂ ਨੇ, ਪੰਜਾਬ ਦੇ ਲੋਕਾਂ ਨੂੰ ਲੁੱਟਣਾ ਚਾਹੁੰਦੀਆਂ ਨੇ। ਔਰ ਉਹਨਾਂ ਨੇ ਬਕਾਇਦਾ ਤੌਰ ਤੇ ਕਿਹਾ ਕਿ ਇਹਨਾਂ ਲੋਕਾਂ ਨੂੰ, ਇਹਨਾਂ ਪਾਰਟੀਆਂ ਨੂੰ ਮੂੰਹ ਨਾ ਲਾਇਆ ਜਾਵੇ। ਔਰ ਉਹਨਾਂ ਨੇ ਕਾਸ਼ੀ ਰਾਮ ਜੀ ਦੇ ਜ਼ਿੰਦਗੀ ਬਾਰੇ ਔਰ ਮਾਇਆਵਤੀ ਜੀ ਦੇ ਜੋ ਉਹਨਾਂ ਨੇ ਦੇ ਨਾਲ ਫਰਾਡ ਹੋਏ ਨੇ ਉਹ ਵੀ ਜਿਹੜੇ ਹੈਗਾ ਕੱਲ ਗੱਲਾਂ ਸਾਹਮਣੇ ਲਿਆਂਦੀਆਂ ਨੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਹਨਾਂ ਦੇ ਵਿੱਚ ਆਪਸੀ ਜਿਹੜਾ ਫੁੱਟ ਹੈ ਬਸਪਾ ਦੀ ਉਹ ਸਾਹਮਣੇ ਆ ਰਹੀ ਹੈ। ਔਰ ਲਗਾਤਾਰ ਤੁਸੀਂ ਦੇਖੋਗੇ ਹੌਲੀ ਅਕਾਲੀ ਦਲ ਦੀ ਜਿਹੜੀ ਪਾਟੋ ਧਾਪ ਹੈ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆ ਸਕਦੀ ਹੈ। ਸੋ ਇਹ ਜਿਹੜਾ ਗੱਠਜੋੜ ਹੋਏਗਾ ਇਹ ਲਾਜ਼ਮੀ ਤੌਰ ਤੇ ਇਹਨੂੰ ਪੂਰਾ ਕਰਨਾ, ਇਹਨੂੰ ਸਿਰੇ ਲਾਉਣਾ ਇਹ ਬਹੁਤ ਔਖਾ ਕੰਮ ਹੋਏਗਾ, ਕਿਉਂਕਿ ਹਜੇ ਬਹੁਤ ਦੇਰ ਪਈ ਆ, ਹਜੇ 7-8 ਮਹੀਨੇ ਪਏ ਨੇ, ਉਹਦੇ ਵਿੱਚ ਬਹੁਤ ਸਾਰੇ ਹਜੇ ਰੰਗ ਬਦਲੇ ਜਾਣਗੇ। ਮੰਗਾਂ ਮੰਗੀਆਂ ਜਾ ਰਹੀਆਂ ਜਿਹੜੀਆਂ ਬਸਪਾ ਦੇ ਲੀਡਰਾਂ ਦੇ ਵੱਲੋਂ, ਬਸਪਾ ਦੇ ਜਿਹੜੇ ਵਰਕਰਾਂ ਦੇ ਵੱਲੋਂ, ਉਹਨਾਂ ਮੰਗਾਂ ਨੂੰ ਸੁਖਬੀਰ ਸਿੰਘ ਬਾਦਲ ਮੰਨ ਲੈਣਗੇ, ਗੱਠਜੋੜ ਟੁੱਟਣ ਤੋਂ ਰੋਕ ਲੈਣਗੇ? ਸੁਖਬੀਰ ਸਿੰਘ ਬਾਦਲ ਇਹਨਾਂ ਨੂੰ ਸਾਂਭ ਲੈਣਗੇ ਸਾਰੇ ਪਰਿਸਥਿਤੀਆਂ? ਸੁਖਵਿੰਦਰ ਜੀ, ਇਸ ਵੇਲੇ ਅਕਾਲੀ ਦਲ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਔਰ ਉਹਨੂੰ ਪਤਾ ਹੈ ਕਿ ਅਸੀਂ ਤਾਂ ਜਿੰਨਾ ਵੀ ਅਸੀਂ ਤਾਂ ਘੱਟੋ ਘੱਟ 117 ਬੰਦੇ ਵੀ ਜੇ ਅਸੀਂ ਸਾਰੇ ਗੱਠਜੋੜ ਨੂੰ ਮਿਲਾ ਕੇ ਖੜੇ ਵੀ ਕਰ ਗਏ ਤਾਂ ਵੀ ਉਹਨਾਂ ਨੂੰ ਲੱਗਦਾ ਕਿ ਸਾਡੀ ਕਾਮਯਾਬੀ ਹੋ ਸਕਦੀ ਹੈ। ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਕੋਈ ਵੱਡੀ ਸਮੱਸਿਆ ਅਕਾਲੀ ਦਲ ਨੂੰ ਸੀਟਾਂ ਦੇਣ 'ਚ ਹੈ, ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਸਾਡਾ ਵੀ ਵੋਟ ਸ਼ੇਅਰ ਜਿਹੜਾ ਹੈਗਾ ਲਗਾਤਾਰ ਘਟ ਰਿਹਾ। ਘੱਟੋ ਘੱਟ ਪਿਛਲੀ ਵਾਰੀ ਤੁਸੀਂ ਦੇਖੋਗੇ ਕਿ 35 ਤੋਂ ਉਹ ਸਿੱਧਾ ਹੀ 25% ਤੇ ਆ ਗਏ। ਸੋ ਇਸ ਕਰਕੇ ਤੁਸੀਂ ਦੇਖੋਗੇ ਕਿ ਲਗਾਤਾਰ ਹੋਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਇਸ ਗੱਠਜੋੜ ਨੂੰ ਜਿਹੜੀਆਂ ਨੇ ਸੰਭਾਵਨਾਵਾਂ ਨੇ ਘੱਟ ਵੋਟਾਂ ਪੈਣ ਦੀਆਂ, ਕਿਉਂਕਿ ਬੀਜੇਪੀ ਦਾ ਜਿਹੜਾ ਸਾਥ ਹੈ ਉਹ ਟੁੱਟ ਗਿਆ। ਪਹਿਲਾਂ ਉਹਨਾਂ ਨੂੰ ਬੀਜੇਪੀ ਦੀ ਵੋਟ ਸ਼ੇਅਰ ਜਿਹੜੀ ਹੈਗੀ ਆ ਉਹਦਾ ਫਾਇਦਾ ਹੁੰਦਾ ਸੀਗਾ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਅਕਾਲੀ ਦਲ ਦਾ ਵੋਟ ਸ਼ੇਅਰ ਹੋਰ ਵਧੇਗਾ, ਸਗੋਂ ਹੋਰ ਘਟਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ।
ਜਿਸ ਕਿਸਮ ਦੇ ਇਸ ਵੇਲੇ ਹਾਲਾਤ ਚੱਲ ਰਹੇ ਨੇ, ਜਿਸ ਕਿਸਮ ਦਾ ਕਿਸਾਨੀ ਦਾ ਘੋਲ ਚੱਲ ਰਿਹਾ ਹੈ, ਔਰ ਜਿਸ ਕਿਸਮ ਦੀ ਭੂਮਿਕਾ ਕਿਸਾਨੀ ਦੇ ਘੋਲ ਦੇ ਵਿੱਚ ਅਕਾਲੀ ਦਲ ਔਰ ਬੀਜੇਪੀ ਦੀ ਰਹੀ ਹੈ, ਇਹਦੇ ਤੋਂ ਸਾਰੇ ਪੰਜਾਬ ਦਾ ਬੱਚਾ ਬੱਚਾ ਜਾਣੂ ਹੈ। ਸੋ ਇਸ ਕਰਕੇ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਦਾ ਜਿਹੜਾ ਸ਼ੇਅਰ ਹੈ ਵੋਟਿੰਗ ਦਾ, ਉਹ ਹੋਰ ਘਟਣ ਦੀਆਂ ਸੰਭਾਵਨਾਵਾਂ ਨੇ। ਸੋ ਇਸ ਕਰਕੇ ਇਹ ਗੱਲ ਅਕਾਲੀ ਦਲ ਦੇ ਪ੍ਰਧਾਨ ਨੂੰ ਵੀ ਪਤਾ ਹੈ। ਸੋ ਆਪਾਂ ਨੂੰ ਇੱਥੇ ਆਈਡੀਆ ਇਹ ਲਾਉਣਾ ਬਣਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਲਈ ਕੋਈ ਸੀਟਾਂ ਦੇਣੀਆਂ, 2 ਸੀਟਾਂ ਘੱਟ ਦੇਣੀਆਂ, 2 ਵੱਧ ਦੇਣੀਆਂ, ਸਗੋਂ ਉਹ ਹੋਰ ਵੀ ਜਿਹੜੀਆਂ ਛੋਟੀਆਂ-ਮੋਟੀਆਂ ਪਾਰਟੀਆਂ ਨੇ, ਜਿਵੇਂ CPI ਹੈ, CPM ਹੈ, ਜਾਂ ਹੋਰ ਇੱਥੋਂ ਤੱਕ ਕਿ ਕੋਈ ਹੋਰ ਜਿਹੜੀਆਂ ਨਵੀਆਂ ਪਾਰਟੀਆਂ ਵੀ ਬਣਨਗੀਆਂ, ਉਹਨਾਂ ਨਾਲ ਵੀ ਉਹ ਗੱਠਜੋੜ ਕਰਨ ਦੀ ਸੰਭਾਵਨਾਵਾਂ ਪੈਦਾ ਕਰਨਗੇ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਇਸ ਵੇਲੇ ਸਾਡੀ ਹੋਂਦ ਨੂੰ ਬਚਾਇਆ ਜਾਏ। ਅਕਾਲੀ ਦਲ ਦੇ ਲਈ ਇਸ ਵੇਲੇ ਸਭ ਤੋਂ ਵੱਡੀ ਲੜਾਈ ਆਪਣੀ ਹੋਂਦ ਦੀ ਲੜਾਈ ਹੈ, ਕਿਉਂਕਿ ਪੰਜਾਬ ਦੇ ਬੱਚੇ ਦੀ ਜ਼ੁਬਾਨ ਤੇ ਇਸ ਵੇਲੇ ਅਕਾਲੀ ਦਲ ਜਿਹੜਾ ਹੈਗਾ ਉਹ ਇਸ ਲਈ ਮਸ਼ਹੂਰ ਹੋ ਚੁੱਕਿਆ ਕਿ ਇਹਨਾਂ ਨੇ ਬੇਅਦਬੀ ਕਰਵਾਈ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ। ਸੋ ਇਸ ਕਰਕੇ ਤੁਸੀਂ ਦੇਖੋਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਵੋਟ ਸ਼ੇਅਰਿੰਗ ਹੈ, ਉਹ ਹੋ ਸਕਦਾ ਕਿ ਉਹ ਬਾਕੀ ਪਾਰਟੀਆਂ ਨੂੰ ਵੀ ਦੇ ਦੇਣ, ਆਪਣੇ ਕੋਲੇ ਘੱਟ ਰੱਖਣ, ਕਿਉਂਕਿ ਇਸ ਵੇਲੇ ਮਸਲਾ ਅਕਾਲੀ ਦਲ ਲਈ ਵੋਟਾਂ ਦਾ ਨਹੀਂ ਹੈ, ਸੀਟਾਂ ਦਾ ਨਹੀਂ ਹੈ, ਇਸ ਵੇਲੇ ਉਹਦੀ ਹੋਂਦ ਹੈ। ਹੋਂਦ ਕੀ ਉਹਦੀ ਹੋਂਦ ਬਚੀ ਰਹੇਗੀ, ਉਹ ਮਸਲਾ ਆਪਣੀ ਹੋਂਦ ਨੂੰ ਬਚਾਉਣ ਦਾ ਮਸਲਾ ਹੈ। ਇਸ ਕਰਕੇ ਜਿੰਨੀਆਂ ਵੀ ਉਹ ਕਹਿਣਗੇ, ਬਸਪਾ ਵਾਲੇ ਜਾਂ CPI ਜਾਂ CPM ਜਾਂ ਹੋਰ ਜਿਹੜੀਆਂ ਨਵੀਆਂ ਪਾਰਟੀਆਂ ਇਹਨਾਂ 'ਚ ਸ਼ਾਮਲ ਹੋਣਗੀਆਂ, ਉਹ ਜਿਵੇਂ ਉਹ ਕਹਿਣਗੇ ਉਹ ਮੰਨ ਲਿਆ ਜਾਏਗਾ। ਇਸ ਕਰਕੇ ਕੋਈ ਬਹੁਤੀ ਘਬਰਾਉਣ ਵਾਲੀ ਗੱਲ ਨਹੀਂ ਹੈ ਸੁਖਵਿੰਦਰ ਜੀ। ਉਹ ਜਿਹੜਾ ਲੋਕਾਂ ਦੇ ਵੱਲੋਂ ਘੇਰਾ ਪਾਇਆ ਗਿਆ, ਕਹਿੰਦੇ ਮਸਾਂ ਪੁਲਿਸ ਉਹਨੂੰ ਕੱਢ ਕੇ ਲੈ ਕੇ ਗਈ ਹੈ, ਕਿਵੇਂ ਦੇਖਦੇ ਹੋ, ਕਿੱਥੇ ਘੇਰਿਆ ਗਿਆ ਤੇ ਘਿਰਾਓ ਕਿਉਂ ਕੀਤਾ ਗਿਆ? ਸੁਖਵਿੰਦਰ ਜੀ, ਆਪਾਂ ਪਹਿਲਾਂ ਵੀ ਇਹ ਗੱਲ ਕਰ ਰਹੇ ਹਾਂ ਕਿ ਇਸ ਵੇਲੇ ਜਿਹੜੀ ਪੰਜਾਬ ਦੀ ਪੋਲਿਟਿਕਸ ਹੈ, ਉਸ ਨੂੰ ਕਿਸਾਨੀ ਸੰਘਰਸ਼ ਦੇ ਨਜ਼ਰੀਏ ਤੋਂ ਸਮਝਣ ਦੀ ਲੋੜ ਹੈ, ਕਿਉਂਕਿ ਇਸ ਵੇਲੇ ਜਿਹੜੀਆਂ ਵੱਖ-ਵੱਖ ਪਾਰਟੀਆਂ ਨੇ, ਸਿਆਸੀ ਪਾਰਟੀਆਂ, ਖਾਸ ਤੌਰ ਤੇ ਜਿਹੜੀਆਂ ਵੱਡੀਆਂ ਪਾਰਟੀਆਂ ਨੇ, ਕਾਂਗਰਸ ਹੋਈ, ਅਕਾਲੀ ਦਲ ਹੋਈ, BJP ਹੋਈ, ਇਸ ਨੂੰ ਇਹ ਇਦਾਂ ਦੀਆਂ ਸੀਰੀਅਸ ਨਹੀਂ ਲੈ ਰਹੀਆਂ। ਨਾ BJP ਨੇ ਇਹ ਜਿਹੜਾ ਕਿਸਾਨ ਸੰਘਰਸ਼ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਨਾ ਅਕਾਲੀ ਦਲ ਨੇ ਇਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ, ਨਾ ਹੀ ਕਾਂਗਰਸ ਇਹਨੂੰ ਕਰ ਰਹੀ ਹੈ। ਸੋ ਕਾਂਗਰਸ ਦੇ ਉੱਤੇ ਇੱਕ ਵੱਡੀ ਜ਼ਿੰਮੇਵਾਰੀ ਇਹ ਪੈਂਦੀ ਸੀਗੀ ਕਿ ਪਿਛਲੇ 4.5 ਸਾਲ ਤੋਂ ਜੋ ਉਹਨਾਂ ਨੇ ਲਾਰੇ ਲਾਏ ਸੀਗੇ, ਜੋ ਉਹਨਾਂ ਨੇ ਵਾਅਦੇ ਕੀਤੇ ਸੀਗੇ ਪੰਜਾਬ ਦੇ ਲੋਕਾਂ ਨੂੰ, ਚਾਹੇ ਉਹ ਵਿਕਾਸ ਦੀ ਗੱਲ ਹੋਵੇ, ਚਾਹੇ ਗਲੀਆਂ ਨਾਲੀਆਂ ਪੱਕੀਆਂ ਕਰਨ ਦੀ ਗੱਲ ਹੋਵੇ, ਘਰ ਘਰ ਨੌਕਰੀ ਦੀ ਗੱਲ ਹੋਵੇ, ਪਿੰਡਾਂ ਦੇ ਵਿੱਚ ਜਿਹੜਾ ਹੈਗਾ ਵੱਖ-ਵੱਖ ਜਿਹੜੀਆਂ ਸਹੂਲਤਾਂ ਦੀ ਗੱਲ ਹੋਵੇ, ਖਾਸ ਤੌਰ ਤੇ ਕਿਸਾਨੀ ਦੇ ਕਰਜ਼ੇ ਮਾਫੀ ਦੀ ਗੱਲ ਹੋਵੇ, ਸੋ ਨਸ਼ੇ ਨੂੰ ਖਤਮ ਕਰਨ ਦੀ ਜਿਹੜੀ ਗੱਲ ਹੋਵੇ। ਆਪਾਂ ਨੂੰ ਵੀ ਪਤਾ ਹੈ ਕਿ ਜਿਹੜਾ ਰਾਜਪੁਰਾ ਏਰੀਆ ਹੈ, ਉਹ ਰਾਜਪੁਰਾ ਏਰੀਆ ਦੇ ਵਿੱਚ ਜਿਹੜੀ ਹੈਗੀ ਆ ਜਾਲੀ ਸ਼ਰਾਬ ਦੀਆਂ ਭੱਠੀਆਂ ਕਿਸੇ ਵੇਲੇ ਫੜੀਆਂ ਗਈਆਂ ਸੀਗੀਆਂ, ਬੜੀ ਚਰਚਾ ਦੇ ਵਿਸ਼ਾ ਬਣਿਆ ਸੀਗਾ ਉਹ ਕੇਸ ਜਿਹੜਾ ਸੀਗਾ, ਔਰ ਉਹਦੇ ਵਿੱਚ MLA ਸਾਹਿਬਾਨ ਦੇ ਜਿਹੜੇ ਨਾਂ ਸਿੱਧੇ ਜਾਂ ਸਿੱਧੇ ਤੌਰ ਤੇ ਬੋਲ ਰਹੇ ਸੀਗੇ। ਸੋ ਇੱਕ ਕਿਸਮ ਦਾ ਗੁੱਸਾ ਜਿਹੜਾ ਹੈਗਾ ਪੰਜਾਬ ਦੇ ਲੋਕਾਂ ਦੇ ਵਿੱਚ, ਇਹ ਨਹੀਂ ਕਿ ਹੁਣ ਕਿ ਇਹ ਇਕੱਲੀ ਘਟਨਾ ਜਿਹੜੀ ਹੈਗੀ ਹੈ ਰਾਜਪੁਰਾ ਵਿਧਾਨ ਸਭਾ ਦੇ ਵਿੱਚ ਵਾਪਰੀ ਹੈ, ਇਹ ਆਉਣ ਵਾਲੇ ਸਮੇਂ ਦੇ ਵਿੱਚ ਲਗਭਗ ਸਾਰੀਆਂ ਥਾਵਾਂ ਦੇ ਉੱਤੇ ਇਹ ਗੱਲਾਂ ਹੋਣਗੀਆਂ, ਕਿਉਂਕਿ ਇਸ ਵੇਲੇ ਪੰਜਾਬ ਦਾ ਜਿਹੜਾ ਵੋਟਰ ਹੈ, ਪੰਜਾਬ ਦਾ ਕਿਸਾਨ ਹੈ, ਔਰ ਪੰਜਾਬ ਦੀਆਂ ਖਾਸ ਤੌਰ ਤੇ ਜਿਹੜੀਆਂ ਔਰਤਾਂ ਨੇ, ਇੱਥੇ ਵੀ ਤੁਸੀਂ ਦੇਖੋਗੇ ਕਿ ਰਾਜਪੁਰੇ ਦੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਪਿੰਡਾਂ ਦੀਆਂ ਔਰਤਾਂ ਨੇ, ਉਹਨਾਂ ਨੇ ਇਹਨਾਂ ਨੂੰ ਘੇਰਿਆ। ਇਸ ਕਰਕੇ ਔਰਤਾਂ ਦੇ ਵਿੱਚ ਜਿਹੜੀ ਚੇਤਨਾ ਜਾਗ ਰਹੀ ਹੈ, ਜਿਹੜੀ ਕੌਨਸ਼ੀਅਸਨੈਸ ਜਾਗ ਰਹੀ ਹੈ, ਔਰ ਉਹ ਸਵਾਲ ਪੁੱਛ ਰਹੀਆਂ ਨੇ, ਤਾਂ ਇੱਕ ਬਹੁਤ ਵੱਡੀ ਜਿਹੜੀ ਹੈਗੀ ਆ ਪੰਜਾਬ ਦੇ ਵਿੱਚ ਘਟਨਾ ਆਪਾਂ ਕਹਿ ਸਕਦੇ ਹਾਂ। ਇੱਕ ਸ਼ੁਰੂਆਤ ਹੋਈ ਹੈ, ਪੰਜਾਬ ਦੇ ਲੋਕ ਇਸ ਵੇਲੇ ਜਵਾਬ ਮੰਗਦੇ ਆ ਇਹਨਾਂ ਤੋਂ, ਜਿਹੜੇ ਲੀਡਰ ਇਦਾਂ ਦੇ ਲਾਰੇ ਲਾ ਕੇ ਪੈਸਾ ਇਕੱਠਾ ਕਰਦੇ ਆ ਔਰ ਆਪਣੇ ਜਿਹੜਾ ਹੈਗਾ ਪੂਰੀ ਵਿਰਾਸਤ ਜਿਹੜੀ ਹੈਗੀ ਹੈ ਉਸ ਨੂੰ ਉਹ ਹੋਰ ਅਮੀਰ ਬਣਾਉਣ ਦੀ ਕੋਸ਼ਿਸ਼ ਕਰਦੇ ਆ। ਸੋ ਇਸ ਕਰਕੇ ਇਹ ਸਵਾਲ ਜਿਹੜੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਬਾਕੀ ਵਿਧਾਨ ਸਭਾਵਾਂ ਦੇ ਵਿੱਚ ਵੀ ਪੁੱਛੇ ਜਾਣਗੇ, ਉਹਨੂੰ ਕਿਸਾਨ ਵੀ ਪੁੱਛਣਗੇ, ਉਹਨੂੰ ਔਰਤਾਂ ਵੀ ਪੁੱਛਣਗੀਆਂ, ਉਹਨੂੰ ਜਿਹੜਾ ਹੈਗਾ ਹੋਰ ਵੀ ਜਿਹੜਾ ਹੈਗਾ ਬਾਕੀ ਲੋਕ ਜਿਹੜੇ ਨੇ ਉਹ ਸਵਾਲ ਪੁੱਛਣਗੇ। ਸੋ ਇਸ ਕਰਕੇ ਜਿਹੜਾ ਕੱਲ ਦੀ ਜਿਹੜੀ ਘਟਨਾ ਹੈ, ਇਹ ਆਪਣੇ ਆਪ ਦੇ ਵਿੱਚ ਵੱਡੀ ਘਟਨਾ ਹੈ। ਔਰ ਪੰਜਾਬ ਦੇ ਲੋਕ, ਪਹਿਲਾਂ ਤਾਂ ਕੀ ਹੁੰਦਾ ਸੀਗਾ ਸੁਖਵਿੰਦਰ ਜੀ, ਇਦਾਂ ਦੀਆਂ ਘਟਨਾਵਾਂ ਜਿਹੜੀਆਂ ਸੀਗੀਆਂ ਬਹੁਤ ਜਦੋਂ ਪੀਕ ਤੇ ਹੁੰਦਾ ਸੀਗਾ ਕਿਸੇ ਇਲੈਕਸ਼ਨ ਦੀਆਂ, ਜਦੋਂ ਆਪਾਂ ਕਹਿ ਸਕਦੇ ਹਾਂ ਕਿ ਪਿਛਲੀਆਂ ਵਿਧਾਨ ਸਭਾ ਜਾਂ ਲੋਕ ਸਭਾ, ਉਦੋਂ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਸੀਗੀਆਂ। ਪਰ ਹੁਣ 8 ਮਹੀਨੇ ਪਹਿਲਾਂ ਜਿਹੜਾ ਹੈਗਾ ਇਦਾਂ ਦੀਆਂ ਘਟਨਾਵਾਂ ਵਾਪਰਨੀਆਂ ਸ਼ੁਰੂ ਹੋ ਗਈਆਂ, ਤਾਂ ਆਪਣੇ ਆਪ ਦੇ ਵਿੱਚ ਇੱਕ ਵੱਡੀ ਘਟਨਾ ਹੈ। ਸੋ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਕਾਂਗਰਸ ਨੂੰ ਸੋਚਣਾ ਚਾਹੀਦਾ ਹੈ, ਕਾਂਗਰਸ ਨੂੰ ਆਪਣੇ ਵਾਅਦੇ ਪੂਰੇ ਕਰਨੇ ਚਾਹੀਦੇ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਕੰਬੋਜ ਸਾਹਿਬ ਕੈਪਟਨ ਸਾਹਿਬ ਦੇ ਔਰ ਮਹਾਰਾਣੀ ਸਾਹਿਬ ਦੇ ਬੜੇ ਨੇੜੇ
ਦੇ ਵਿਧਾਇਕ ਮੰਨੇ ਜਾਂਦੇ ਨੇ ਔਰ ਉਹਨਾਂ ਤੋਂ ਇਹੀ ਤਵੱਕੋ ਕੀਤੀ ਜਾਣੀ ਚਾਹੀਦੀ ਹੈ ਕਿ ਜੋ ਮਹਾਰਾਜਾ ਸਾਹਿਬ ਨੇ, ਕੈਪਟਨ ਸਾਹਿਬ ਨੇ, ਮੁੱਖ ਮੰਤਰੀ ਸਾਹਿਬ ਨੇ ਜੋ ਵਾਅਦੇ ਕੀਤੇ ਸੀ ਲੋਕਾਂ ਦੇ ਨਾਲ, ਉਹ ਪੂਰੇ ਕੀਤੇ ਜਾਣ ਔਰ ਉੱਥੇ ਜਿਹੜਾ ਵਿਕਾਸ ਦਾ ਮਾਡਲ ਉਹਨਾਂ ਨੇ ਦੇਣ ਦੀ ਕੋਸ਼ਿਸ਼ ਕੀਤੀ ਸੀਗੀ, ਉਹ ਵਿਕਾਸ ਨੂੰ ਪੂਰਾ ਕੀਤਾ ਜਾਏ। ਪਿੰਡਾਂ ਦੇ ਵਿੱਚ ਜਿਹੜਾ ਹੈਗਾ ਜਿਹੜਾ ਪੈਸਾ ਖਰਚਿਆ ਜਾਏ ਔਰ ਉਹ ਖਰਚਿਆ ਜਿਹੜਾ ਹੈਗਾ ਦਿਖਣਾ ਚਾਹੀਦਾ। ਇਹ ਨਹੀਂ ਕਿ ਤੁਸੀਂ ਚੱਕ ਵੰਡ ਤੇ ਆਪਣੇ ਚਹੇਤਿਆਂ ਨੂੰ ਔਰ ਪੈਸਾ ਤੁਹਾਡਾ ਲੱਗ ਨਹੀਂ ਰਿਹਾ। ਉਹ ਪੈਸਾ ਜਿਹੜਾ ਹੈਗਾ ਪੰਜਾਬ ਦੇ ਪਿੰਡਾਂ ਦੇ ਵਿੱਚ, ਪੰਜਾਬ ਦੇ ਵਿਕਾਸ ਦੇ ਉੱਤੇ ਦਿਖਣਾ ਚਾਹੀਦਾ, ਲੱਗਿਆ ਹੋਣਾ ਚਾਹੀਦਾ। ਸੋ ਤਾਂ ਹੀ ਲੋਕ ਜਿਹੜੇ ਨੇ ਉਹਨਾਂ ਨੂੰ ਮੰਨਣਗੇ। ਜੇ ਇਹ ਕੰਮ ਨਹੀਂ ਹੁੰਦਾ ਤਾਂ ਇਦਾਂ ਹੀ ਜਿਹੜਾ ਹੈਗਾ ਘੇਰਾਬੰਦੀ ਵਿਧਾਇਕਾਂ ਦੀ, ਮਿਨਿਸਟਰਾਂ ਦੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਮੁੱਖ ਮੰਤਰੀ ਸਾਹਿਬ ਦੀ ਹੋ ਸਕਦਾ ਇਦਾਂ ਦਾ ਘਿਰਾਓ ਹੋਵੇ। ਪੰਜਾਬ ਦੇ ਲੋਕ ਇਸ ਵੇਲੇ ਤੁਸੀਂ ਦੇਖੋਗੇ ਕਿ ਜੋ ਟਵੀਟਾਂ ਦੇ ਉੱਤੇ ਗੱਲ ਚੱਲ ਰਹੀ ਹੈ, ਜੋ ਫੋਨਾਂ ਦੇ ਉੱਤੇ ਇਸ ਵੇਲੇ ਚਾਹੇ ਉਹ ਸਿੱਖਿਆ ਮੰਤਰੀ ਹੋਣ, ਚਾਹੇ ਮੁੱਖ ਮੰਤਰੀ ਸਾਹਿਬ ਹੋਣ, ਜਿਵੇਂ ਉਹਨਾਂ ਨੂੰ ਡਿਸਲਾਈਕ ਕੀਤਾ ਜਾ ਰਿਹਾ ਹੈ, ਜਿਵੇਂ ਉਹਨਾਂ ਦੇ ਅੱਗੇ ਜਿਹੜਾ ਹੈਗਾ ਉਹਨਾਂ ਨੂੰ ਗਾਲਾਂ ਪੈ ਰਹੀਆਂ ਨੇ, ਥੱਲੇ ਤੁਸੀਂ ਪੜ੍ਹੋਗੇ ਤਾਂ ਲਾਜ਼ਮੀ ਤੌਰ ਤੇ ਵੱਡੇ ਸਵਾਲ ਨੇ ਪੰਜਾਬ ਦੇ ਔਰ ਇਹਨਾਂ ਪਾਰਟੀਆਂ ਨੂੰ ਇਹਨਾਂ ਬਾਰੇ ਸੋਚਣਾ ਚਾਹੀਦਾ ਔਰ ਪੰਜਾਬ ਦੇ ਵਿੱਚ ਆ ਕੇ, ਲੋਕਾਂ ਦੇ ਵਿੱਚ ਆ ਕੇ ਜਿਹੜਾ ਹੈਗਾ ਕੰਮ ਕਰਨਾ ਚਾਹੀਦਾ। ਔਰ ਨਹੀਂ ਤਾਂ ਲੋਕਾਂ ਨੇ ਇਸ ਵੇਲੇ ਬੋਰਡ ਲਾ ਦਿੱਤੇ ਨੇ ਔਰ ਕਹਿ ਦਿੱਤਾ ਹੈ ਕਿ ਅਸੀਂ ਕਿਸੇ ਵੀ ਪੋਲੀਟੀਕਲ ਬੰਦੇ ਨੂੰ ਆਪਣੇ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਵਾਂਗੇ। ਇਹ ਹਾਲਤ ਹੋਈ ਪਈ ਹੈ। ਸੁਖਵਿੰਦਰ ਜੀ, ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ तमाम ਖਬਰਾਂ ਤੇ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਤਾਂ ਇਸ ਸਨ ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਹਨਾਂ तमाम ਖਬਰਾਂ ਤੇ ਸਾਡੇ ਨਾਲ ਗੱਲਬਾਤ ਕੀਤੀ ਗਈ, ਆਪਣੇ ਵਿਚਾਰ ਦਿੱਤੇ ਗਏ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਦੇ ਵਿਚਾਰ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।